So next is geitonogamy. That means transfer of pollen grain from anther to stigma of another flower of the same plant. Geitonogamy is the transfer of pollen grain. Means pollen grains the transfer हो रही है from anther to stigma. Anther तो stigma दी हो रही है, ये तो पता ही है. But of another flower means same flower ते नहीं हो रही, ਇਹਦੀ ਜੇ ਤਾਂ ਇਸ flower ਤੇ ਹੀ ਹੋ ਰਹੀ ਆ. Look here. ਜੇ ਇਹਦੇ ਪੋਲਨ ਗ੍ਰੇਨ ਇਹਦੇ ਹੀ ਐਂਥਰ ਤੇ ਡਿੱਗਦੇ ਆ ਤਾਂ ਆਟੋਗੈਮੀ ਆ. ਹੁਣ ਇਹਦੇ ਪੋਲਨ ਗ੍ਰੇਨ ਇੱਥੇ ਆਉਂਦੇ ਆ, that is called geitonogamy. If they fall on this, that is autogamy. Of another flower of the same plant. Flower ਹੋਰ ਹੋ ਗਿਆ, plant ਇੱਕੋ ਹੀ ਆ. This is called geitonogamy. It is also a type of self pollination. Although geitonogamy is functionally cross pollination involving a pollinating agent. ਉਹ ਕਹਿੰਦਾ cross pollination ਆ, ਪਰ ਇਹਦੇ ਵਿੱਚ maximum chance मतलब कि ਜਿਹੜਾ ਤੁਹਾਡੇ ਕੋਲੇ ਅੱਗੇ ਸੀਡ ਬਣੂ that are genetically similar to their parents ਵਰਗਾ ਹੀ ਹੋਣਾ ਆ. genetically ਆ ਲਿਖਤਾ ਅੱਗੇ ਉਹਨੇ ਵੀ genetically similar ਆ. self pollination ਦੇ characters ਜ਼ਿਆਦਾ ਨੇ. ਕਹਿੰਦਾ ਇਹ ਫੰਕਸ਼ਨ ਕ੍ਰਾਸ ਪੋਲੀਨੇਸ਼ਨ ਦੀ ਤਰ੍ਹਾਂ ਹੀ ਕੰਮ ਕਰਦੀ ਆ. ਇਹਦੇ ਲਈ ਕੀ ਚਾਹੀਦਾ? ਪੋਲੀਨੇਟਿੰਗ ਏਜੰਟ ਚਾਹੀਦਾ. ਚਾਹੇ ਤਾਂ ਵਿੰਡ ਬਣ ਜਾਵੇ, ਚਾਹੇ ਵਾਟਰ ਬਣ ਜਾਵੇ, ਚਾਹੇ ਐਨੀਮਲਸ ਬਣ ਜਾਣ. ਐਂਡ ਇਟ ਇਜ਼ ਜੈਨੇਟਿਕਲੀ ਸਿਮਿਲਰ ਟੂ ਆਟੋਗੈਮੀ. ਸਿਮਿਲਰ ਆਟੋਗੈਮੀ ਆ, ਮਤਲਬ ਇਹ ਸੈਲਫ ਪੋਲੀਨੇਸ਼ਨ ਦੀ ਵੀ ਇੱਕ ਟਾਈਪ ਆ. ਜ਼ੈਨੋਗੈਮੀ. ਇਟ ਇਜ਼ ਦ ਟਰਾਂਸਫਰ ਆਫ ਪੋਲਨ ਗ੍ਰੇਨ ਫਰੋਮ ਐਂਥਰ ਟੂ ਸਟਿਗਮਾ ਆਫ ਡਿਫਰੈਂਟ ਪਲਾਂਟ. ਹੁਣ ਇੱਥੇ ਇੱਕ ਹੋਰ ਪਲਾਂਟ ਹੋਊ, ਉਹਦਾ ਫਲਾਰ ਹੋਊ, ਇਹਦੇ ਪੋਲਨ ਗ੍ਰੇਨ ਜਦੋਂ ਇਸ ਪਲਾਂਟ ਦੇ ਸਟਿਗਮਾ ਤੇ ਆ ਕੇ ਲੈਂਡ ਹੋਣਗੇ, ਮੀਨਸ ਉਹਨਾਂ ਨੇ ਪਲਾਂਟ ਹੀ ਚੇਂਜ ਕਰਤਾ. ਇਟ ਇਜ਼ ਨਾਓ ਬਿਕਮ ਜ਼ੈਨੋਗੈਮੀ. ਇਟ ਇਜ਼ ਦ ਟਰਾਂਸਫਰ ਆਫ ਪੋਲਨ ਗ੍ਰੇਨ ਫਰੋਮ ਐਂਥਰ ਟੂ ਸਟਿਗਮਾ ਆਫ ਡਿਫਰੈਂਟ ਪਲਾਂਟ. ਸੇਮ ਪਲਾਂਟ, ਇੱਥੇ ਸੇਮ ਫਲਾਰ, ਇੱਥੇ ਸੇਮ ਪਲਾਂਟ, ਇੱਥੇ ਡਿਫਰੈਂਟ ਪਲਾਂਟ. ਚੇਂਜ ਹੁੰਦਾ ਜਾਂਦਾ. ਪਹਿਲਾਂ ਇੱਕੋ ਹੀ ਫੁੱਲ ਸੀ, ਫਿਰ ਇੱਕੋ ਹੀ ਪਲਾਂਟ ਸੀ, ਹੁਣ ਪਲਾਂਟ ਵੀ ਅਲੱਗ ਦਾ ਹੋ ਗਿਆ. This a type of pollination which during pollination bring genetically different types of pollen grains. Means ਇੱਥੇ genes wise ਫਰਕ ਪੈ ਜਾਣਾ, ਕਿਉਂ? It is a type of cross pollination. So next we come to agents of pollination. Pollination ਦੇ agents ਕੀ ਨੇ? There are two types of agents, abiotic and biotic. Abiotic wind and water ne. Abiotic are means, what is the meaning of abiotic? Non-living. And biotic means living. These are two types of agent. Majority of the plant use biotic agents for pollination. Maximum ਉਹ ਕਹਿੰਦਾ maximum pollination is done by animals. Animals ਦੇ ਵਿੱਚ ਵੀ ਸਭ ਤੋਂ ਜ਼ਿਆਦਾ pollination ਪਤਾ ਕੌਣ ਕਰਦਾ? Bees. A question asked in one word. They can ask this question in one word. ਸਭ ਤੋਂ ਜ਼ਿਆਦਾ bees pollination ਕਰਦੀਆਂ ਨੇ. They are the pollinator agents. Only a small portion of plant use abiotic agents. ਕਹਿੰਦਾ plants ਦਾ ਇੱਕ ਛੋਟਾ ਜਿਹਾ portion ਆ ਜਿੱਥੇ pollination abiotic agents ਦੁਆਰਾ ਕੀਤੀ ਜਾਂਦੀ ਆ. Pollen grain coming in contact with stigma is a chance factor in both wind and water pollination. Pollen grains coming in contact with stigma, ਜਿਹੜੇ stigma ਦੇ contact ਦੇ ਵਿੱਚ ਆ ਰਹੇ ਨੇ, that become a chance factor both wind and water. ਹੁਣ ਇਹਦਾ ਮਤਲਬ ਕੀ ਹੈ? ਇਹਦਾ ਮੀਨਿੰਗ ਕੀ ਆ ਕਿ ਜੇ ਪੋਲੀਨੇਸ਼ਨ ਵਿੰਡ ਤੇ ਵਾਟਰ ਦੁਆਰਾ ਕੀਤੀ ਜਾਂਦੀ ਆ ਤਾਂ ਪੋਲਨ ਗ੍ਰੇਨ ਦਾ ਚਾਂਸ ਆ ਕਿ ਉਹ ਸਟਿਗਮਾ ਤੇ ਆ ਵੀ ਸਕਦੇ ਨੇ, ਨਹੀਂ. ਠੀਕ ਆ, ਓਨੀ ਕੁ ਹਵਾ ਆਈ ਤਾਂ ਪੋਲਨ ਗ੍ਰੇਨ ਸਟਿਗਮਾ ਤੇ ਡਿੱਗ ਪਿਆ, ਜ਼ਿਆਦਾ ਆ ਗਈ ਦੂਰ ਚਲਿਆ ਗਿਆ. ਸਮਝ ਗਏ? ਚਾਂਸ ਫੈਕਟਰ ਬਣ ਜਾਂਦਾ ਹੈ. ਇਸ ਚਾਂਸ ਫੈਕਟਰ ਦੇ ਵਿੱਚ ਚਾਂਸ ਘੱਟ ਜਾਂਦੇ ਆ ਪੋਲੀਨੇਸ਼ਨ ਦੇ. ਹੁਣ ਉਹਨੂੰ ਕੰਪਨਸੇਟ ਕਰਨ ਦੇ ਲਈ ਕੀ ਕੀਤਾ ਜਾਂਦਾ ਆ? ਇਨ ਅਨਸਰਟੇਨਟੀਜ਼ ਨੂੰ ਖਤਮ ਕੀਤਾ ਜਾਂਦਾ ਆ. ਉਹ ਖਤਮ ਕਿਵੇਂ ਕੀਤਾ ਜਾਂਦਾ ਆ? ਫਲਾਵਰ ਪ੍ਰੋਡਿਊਸ ਐਨੋਰਮਸ ਅਮਾਊਂਟ ਆਫ ਪੋਲਨ ਗ੍ਰੇਨ. ਇਸ ਲਈ ਫਲਾਵਰ ਬਹੁਤ ਜ਼ਿਆਦਾ ਪੋਲਨ ਗ੍ਰੇਨ ਪੈਦਾ ਕਰਦਾ ਤਾਂ ਕੋਈ ਤਾਂ ਸਟਿਗਮਾ ਤੱਕ ਜਾਊਗਾ ਹੀ, ਕੋਈ ਤਾਂ ਫੀਮੇਲ
ਗਾਇਨੋਸ਼ੀਅਮ ਤੱਕ ਪਹੁੰਚੂਗਾ ਹੀ। ਵੈਨ ਕੰਪੇਅਰ ਟੂ ਦਾ ਨੰਬਰ ਆਫ ਓਵਿਊਲਸ, ਜਦੋਂ ਕਹਿੰਦਾ ਅਸੀਂ ਓਵਿਊਲਸ ਨਾਲ ਕੰਪੇਅਰ ਕਰਦੇ ਹਾਂ, ਓਵਿਊਲ 1 ਜਾਂ 2 ਜਾਂ 3 ਹੁੰਦੇ ਨੇ, ਕਈਆਂ 'ਚ ਮੈਨੀ ਵੀ ਹੈਗੇ ਨੇ ਬਟ ਮੈਕਸੀਮਮ ਘੱਟ ਹੀ ਹੁੰਦੇ ਨੇ ਓਵਿਊਲ, ਅਤੇ ਤੁਹਾਡੇ ਕੋਲ ਪੋਲਨ ਗ੍ਰੇਨਸ ਉਹਦੇ ਮੁਕਾਬਲੇ ਬਹੁਤ ਜ਼ਿਆਦਾ ਹੁੰਦੇ ਨੇ। ਇਹ ਕੁਐਸਚਨ ਵੀ 2 ਮਾਰਕਸ 'ਚੋਂ ਪੁੱਛ ਲੈਂਦੇ ਆ। ਨੈਕਸਟ ਵੀ ਕਮ ਟੂ ਪੋਲੀਨੇਸ਼ਨ ਬਾਏ ਵਿੰਡ। ਹੁਣ ਉਹ ਤੁਹਾਡੇ ਕੋਲ ਏਬਾਇਓਟਿਕ ਏਜੰਟ ਚੱਕੇ ਸੀ ਆਪਾਂ, ਏਬਾਇਓਟਿਕ ਏਜੰਟ ਪੁੱਤ ਆਪਾਂ ਕਿਹੜੇ ਕਿਹੜੇ ਚੱਕੇ ਸੀਗੇ, ਵਿੰਡ ਐਂਡ ਵਾਟਰ। ਨਾਓ ਆਈ ਐਮ ਹੇਅਰ ਐਕਸਪਲੇਨਿੰਗ ਯੂ ਪੋਲੀਨੇਸ਼ਨ ਬਾਏ ਵਿੰਡ। ਹੁਣ ਆਪਣੇ ਕੋਲ ਪਹਿਲਾਂ ਪੋਲੀਨੇਸ਼ਨ ਕਰਾ ਰਹੇ ਆ, ਕਿਹਦੀ ਕਰਾ ਰਹੇ ਆ, ਤੁਹਾਨੂੰ ਸ਼ੋ ਕਰ ਰਹੇ ਆ ਵਿੰਡ ਦੀ। ਵਿੰਡ ਇਜ਼ ਮੋਰ ਕਾਮਨ ਅਮੰਗੈਸਟ ਏਬਾਇਓਟਿਕ ਪੋਲੀਨੇਟਰਸ। Wind pollination require the pollen grains are light and non-sticky so that they can transport in water wind currents sorry। ਉਹ ਕੀ ਕਹਿੰਦਾ, ਕਹਿੰਦਾ ਜੇ ਵਿੰਡ ਪੋਲੀਨੇਸ਼ਨ ਹੋਣੀ ਆ ਜਿੱਥੇ, ਉਹਦੇ ਜਿਹੜੇ ਪੋਲਨ ਗ੍ਰੇਨਸ ਨੇ ਉਹ ਵੇਟ 'ਚ ਲਾਈਟ ਹੋਣੇ ਚਾਹੀਦੇ ਨੇ ਅਤੇ ਨੋਨ ਸਟਿੱਕੀ, ਚਿਪਚਿਪੇ ਨਾ ਹੋਣ। ਜੇ ਚਿਪਚਿਪੇ ਹੋਏ ਤਾਂ ਹਵਾ ਨਾਲ ਉਹਨਾਂ ਨੇ ਉੱਡ ਕੇ ਦੂਰ ਜਾਣਾ ਨਹੀਂ, ਸੋ ਦੈਟ ਦੇ ਕੈਨ ਮੂਵ ਵਿਦ ਵਾਟਰ ਕਰੰਟਸ, ਨਾਲ ਮੂਵ ਕਰ ਸਕਣ। ਦੇ ਆਫਨ ਪੋਜੈਸ ਵੈਲ ਐਕਸਪੋਜ਼ਡ ਸਟੇਮਨਸ, ਉਹਨਾਂ ਦੇ ਜਿਹੜੇ ਸਟੇਮਨਸ ਨੇ ਉਹ ਵੀ ਵੈਲ ਐਕਸਪੋਜ਼ਡ ਚਾਹੀਦੇ ਨੇ, ਬਾਹਰ ਨੂੰ ਵੱਡੇ ਚਾਹੀਦੇ ਨੇ, ਸੋ ਦੈਟ ਪੋਲਨ ਗ੍ਰੇਨ ਈਜ਼ਲੀ ਉਹਦੇ 'ਤੇ ਡਿਸਪਰਸ ਹੋ ਜਾਣ। ਐਂਡ ਲਾਰਜ ਆਫਨ ਫੀਦਰੀ ਸਟਿਗਮਾ, ਸਟੇਮਨ ਵੱਡੇ ਹੋਣੇ ਚਾਹੀਦੇ ਨੇ, ਜਿਹੜਾ ਉਹਦਾ ਸਟਿਗਮਾ ਉਹ ਫੀਦਰੀ ਹੋਣਾ ਚਾਹੀਦਾ ਤਾਂ ਕਿ ਪੋਲਨ ਗ੍ਰੇਨ ਆ ਕੇ ਫਸ ਜਾਣ, ਸੋ ਦੈਟ ਈਜ਼ਲੀ ਟਰੈਪ ਹੋ ਜਾਣ ਏਅਰਬੋਰਨ ਪੋਲਨ ਗ੍ਰੇਨ। ਵਿੰਡ ਐਂਡ ਪੋਲੀਨੇਟਡ ਫਲਾਵਰ ਆਫਨ ਹੈਵ ਅ ਸਿੰਗਲ ਓਵਿਊਲ, ਜਿਹੜੇ ਵਿੰਡ ਪੋਲੀਨੇਟਡ ਫਲਾਵਰਸ ਨੇ ਉਹਨਾਂ 'ਚ ਇੱਕੋ ਓਵਿਊਲ ਹੁੰਦਾ, ਇੱਕ ਓਵਰੀ ਦੇ ਵਿੱਚ। ਸੋ ਨਿਊਮਰਸ ਫਲਾਵਰ ਪੈਕਡ ਇਨਟੂ ਐਨ ਇਨਫਲੋਰੇਸੈਂਸ। ਹੁਣ ਤੁਸੀਂ ਕਹੋਗੇ ਮੈਡਮ ਇਨਫਲੋਰੇਸੈਂਸ ਕੀ ਹੁੰਦੀ ਆ? ਹੈਵ ਯੂ ਸੀਨ ਮਸਟਰਡ ਫਲਾਵਰ? ਸਰੋਂ ਦਾ ਫੁੱਲ ਦੇਖਿਆ ਸਾਰਿਆਂ ਨੇ? ਜੇ ਤੁਸੀਂ ਸਰੋਂ ਦੇ ਫੁੱਲ ਨੂੰ ਦੇਖੋ ਤਾਂ ਸਰੋਂ ਦਾ ਫੁੱਲ ਐਵੇਂ ਹੁੰਦਾ, ਇੱਕ ਡੰਡੀ ਜਿਹੀ ਲੱਗੀ ਹੁੰਦੀ ਆ, ਇੱਥੇ ਫਲਾਰ, ਇੱਥੇ ਫਲਾਰ, ਇੱਥੇ ਫਲਾਰ, ਇੱਥੇ ਫਲਾਰ, ਐਂ ਹੁੰਦਾ ਨਾ। ਆਪਾਂ ਸਾਰੇ ਨੂੰ ਫਲਾਰ ਕਹਿ ਦਿੰਦੇ ਹਾਂ, ਅਸਲ 'ਚ ਸਾਰਾ ਫਲਾਰ ਨਹੀਂ ਹੁੰਦਾ, ਕਿੰਨੇ ਫਲਾਵਰਸ ਨੇ ਉਹ। ਜਦੋਂ ਅ ਗਰੁੱਪ ਆਫ ਫਲਾਰਸ ਆਰ ਪ੍ਰੈਜ਼ੈਂਟ ਔਨ ਏ ਸਟਾਕ, ਜਦੋਂ ਇੱਕ ਗਰੁੱਪ ਫਲਾਵਰਸ ਦਾ ਇਕੱਠਾ ਪਿਆ ਉਹਨੂੰ ਅਸੀਂ ਕਹਿ ਦਿੰਦੇ ਹਾਂ ਇਨਫਲੋਰੇਸੈਂਸ। ਦਰਅਸਲ ਦੇ ਵਿੱਚ ਕੀ ਹੁੰਦਾ, ਇਹ ਫਲਾਵਰ ਅਲੱਗ ਆ, ਇਹਦਾ ਸਟਿਗਮਾ, ਇਹਦੇ ਪੋਲਨ ਗ੍ਰੇਨ ਅਲੱਗ ਨੇ, ਇਹਦੇ ਅਲੱਗ ਨੇ, ਮੀਨਸ ਇੱਕ ਜਗ੍ਹਾ 'ਤੇ ਕਿੰਨੇ ਫੁੱਲ ਇਕੱਠੇ ਹੋ ਜਾਂਦੇ ਨੇ। ਹੁਣ ਇਹ ਕਿੰਨੇ ਫੁੱਲ ਇਕੱਠੇ ਕਿਉਂ ਹੁੰਦੇ ਨੇ? ਕਿਉਂ ਰੱਬ ਨੇ ਇੱਕ ਯੈਲੋ ਕਲਰ ਨਹੀਂ ਬਣਾਤਾ ਸੀ? ਕਿਉਂ ਪਰਮਾਤਮਾ ਨੇ ਉੱਥੇ 10-15 ਫੁੱਲ ਲਾਏ? ਤਾਂ ਕਿ ਦੈਟ ਵਿਲ ਬਿਕਮ ਵਿਜ਼ੀਬਲ ਟੂ ਦਾ ਪੋਲੀਨੇਟਰ ਏਜੰਟ। ਮੀਨਸ ਯੈਲੋ ਕਲਰ ਇੱਕ ਹੁੰਦਾ ਫੁੱਲ, ਉਹ ਛੋਟਾ ਜਿਹਾ ਦਿਸਣਾ ਵੀ ਨਹੀਂ ਸੀ ਕਿਉਂਕਿ ਉਹ ਸਾਈਜ਼ ਦੇ ਵਿੱਚ ਛੋਟਾ ਆ। ਹੁਣ ਉਹਨੇ 5-6 ਇਕੱਠੇ ਲਾਤੇ, ਉਹਦੇ ਨਾਲ ਬਹੁਤ ਸੋਹਣੇ ਲੱਗਦੇ ਆ। ਅਤੇ ਕੀ ਆ, ਐਨੀਮਲ ਨੇ ਜਿਹੜੇ ਜਿਨ੍ਹਾਂ ਨੇ ਪੋਲੀਨੇਸ਼ਨ ਕਰਨੀ ਆ ਉਹ ਉਹਦੇ ਵੱਲ ਭੱਜੇ ਆਉਂਦੇ ਆ, ਉਹਨਾਂ ਦੇ ਕਲਰ ਦੇਖ ਕੇ, ਠੀਕ ਆ, ਕਲਰ ਦੇਖ ਕੇ ਆਉਂਦੇ ਆ ਅਤੇ ਪੋਲੀਨੇਸ਼ਨ ਕਰ ਜਾਂਦੇ ਆ। ਮਤਲਬ ਪਰਮਾਤਮਾ ਨੇ ਜਿਹੜੀ ਵੀ ਚੀਜ਼ ਧਰਤੀ 'ਤੇ ਲਿਆਂਦੀ ਆ ਉਹਨੂੰ ਬਚਾਉਣ ਦੇ ਵੀ ਨਾਲ ਸਭ ਨੂੰ ਚਾਂਸ ਦਿੱਤੇ ਹੋਏ ਨੇ, ਭਾਈ ਤੇਰੀ ਸਪੀਸੀਜ਼ ਵੀ ਅੱਗੇ ਚੱਲਦੀ ਰਹੇ। ਗਾਟ ਇਟ? ਇੱਥੇ ਵੀ ਐਗਜ਼ਾਮਪਲ ਕਿਹਦੀ ਆ? ਵਿੰਡ ਪੋਲੀਨੇਟਡ ਪਲਾਂਟ ਦੀ ਆ। ਦੈਟ ਵਿਲ ਸ਼ੋਇੰਗ ਕੰਪੈਕਟ ਇਨਫਲੋਰੇਸੈਂਸ। ਇਨਫਲੋਰੇਸੈਂਸ ਦਾ ਮਤਲਬ ਆ ਸਾਰੇ ਫਲਾਵਰਸ ਨੇ ਉਹ ਸ਼ੋ ਕਰ ਰਿਹਾ, ਅਤੇ ਵੈਲ ਐਕਸਪੋਜ਼ਡ ਸਟੇਮਨਸ ਦੇਖ ਲਓ ਇਹਨਾਂ ਦੇ ਬਾਹਰ ਨਿਕਲੇ ਹੋਏ ਨੇ, ਸੋ ਦੈਟ ਵਿੰਡ ਪੋਲੀਨੇਸ਼ਨ ਈਜ਼ਲੀ ਪੋਸੀਬਲ। ਸਮਝ ਗਏ ਨਾ? ਹੁਣ ਇਸੇ ਵਿੰਡ ਪੋਲੀਨੇਸ਼ਨ ਨੂੰ ਸਮਝਾਉਣ ਲਈ ਉਹਨਾਂ ਨੇ ਐਗਜ਼ਾਮਪਲ ਲਈ ਆ ਕੋਰਨ ਕੌਬ। ਮੱਕੀ ਦੇਖੀ ਆ? ਮੱਕੀ ਦੀਆਂ ਛੱਲੀਆਂ ਦੇਖੀਆਂ ਨੇ? ਛੱਲੀਆਂ ਤੋਂ ਪਹਿਲਾਂ ਉਹ ਵਾਈਟ ਜਿਹਾ ਕਲਰ ਦਾ ਬਣਦਾ ਦੇਖਿਆ ਨਾ, ਉਹ ਫਲਾਵਰਸ ਹੀ ਨੇ ਜਿਨ੍ਹਾਂ ਦੇ ਵਿੱਚ ਪੋਲੀਨੇਸ਼ਨ ਹੋ ਕੇ ਤੁਹਾਡੇ ਕੋਲ ਸੀਡ ਬਣਨਾ ਆ। ਮੱਕੀ ਦੇ ਦਾਣੇ ਖਾਂਦੇ ਹੋ, ਸੀਡ ਹੀ ਆ, ਠੀਕ ਆ, ਜਿਨ੍ਹਾਂ ਦੁਆਰਾ ਵਿੰਡ ਪੋਲੀਨੇਸ਼ਨ ਹੁੰਦੀ ਆ। ਵਿੰਡ ਪੋਲੀਨੇਸ਼ਨ ਇਜ਼ ਕੁਆਇਟ ਕਾਮਨ ਇਨ ਗ੍ਰਾਸ। ਗ੍ਰਾਸ ਫੈਮਿਲੀ ਦੇ ਵਿੱਚ ਵੀ ਇਹ ਆਮ ਆ।